ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। जॉग साहब a very good morning जी सत श्री अकाल जी सत श्री अकाल अर्श बहुत मेहरबानी अपने सारे श्रोते दर्शक ठीक होणगे ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਆ जी ਸਾਰੇ ਵਧੀਆ ਜੀ ਐਂਡ ਜੌਲ ਸਾਹਿਬ ਅੱਜ ਥੋੜੀ ਜੀ ਸਾਨੂੰ ਇਹ ਸੀ ਕਿ ਜੋ ਨਿਊਜ਼ ਦੇ ਵਿੱਚ ਆ ਰਹੀ ਸੀ ਕਿ ਸਨੋ ਸਟੋਰਮ ਬਹੁਤ ਵੱਡਾ ਵਾਲਾ ਆਉਣਾ ਜੀ ਕੁਝ ਕੈਂਸਲੇਸ਼ਨਸ ਹੋਣਗੀਆਂ ਪਰੰਤੂ ਜੇ ਗੱਲਬਾਤ ਕਰੀਏ ਸਕੂਲ ਬੱਸਿਸ ਦੀ ਫॉर ਪੀਐਲ ਬੋਰਡ ਸਟੂਡੈਂਟਸ ਨੂੰ ਅਤੇ ਪੇਰੈਂਟਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰਾ ਕੁਝ ਸਮੂਥਲੀ ਰਨ ਕਰੇ ਜੀ ਆਲ ਜ਼ੋਨ ਕੋਈ ਵੀ ਵੈਦਰ ਰਿਲੇਟਡ ਕੈਂਸਲੇਸ਼ਨਸ ਨਹੀਂ ਹੋਣਗੀਆਂ ਪਹਿਲਾਂ ਇਹ ਤੋਂ ਸ਼ੁਰੂਆਤ ਕਰਦੇ ਹਾਂ ਜੀ ਹਾਂਜੀ ਅਰਸ਼ ਵੈਸੇ ਦੇਖਿਆ ਜਾਵੇ ਇਹ ਡਿਪੈਂਡ ਕਰਦਾ ਵੀ ਆਪਾਂ ਕਿਸ ਰੀਜਨ ਦੇ ਵਿੱਚ ਹੈਗੇ ਆ ਕੁਝ ਇਲਾਕਿਆਂ ਦੇ ਵਿੱਚ ਵਾਕਈ ਇਹ ਸਟੋਰਮ ਵੱਡਾ ਹੋਇਆ ਤੇ ਕੈਂਸਲੇਸ਼ਨਸ ਵੀ ਹੋਈਆਂ ਨੇ ਜਿਹਦੇ ਵਿੱਚ ਕਿ ਵਾਟਰ ਲੋ ਯਾਨੀ ਕਿ ਜੋ ਸਾਊਥ ਦੇ ਵਿੱਚ ਜੀ ਵੱਲ ਨੂੰ ਪੀਲ ਤੋਂ ਸਾਊਦਰਨ ਸਾਈਡ ਜਾਂਦੇ ਰਹੀਏ ਨਾਰਥ ਵੱਲ ਨੂੰ ਤਾਂ ਜੀ ਮਤਲਬ ਕਾਫੀ ਜ਼ਿਆਦਾ ਸਨੋ ਬਹੁਤ ਸਾਰੇ ਏਰੀਆਜ਼ ਦੇ ਵਿੱਚ ਪਈ ਆ ਇੱਥੇ GTA ਦੇ ਵਿੱਚ ਖਾਸ ਤੌਰ ਤੇ ਸਾਡੇ ਪੀਲ ਰੀਜਨ ਦੇ ਵਿੱਚ ਮਿਸਿਸਾਗਾ ਬਰੈਂਪਟਨ ਕੈਲਡਨ ਉਨੀ ਜਾਨੀ ਜ਼ਿਆਦਾ ਭਾਰੀ ਸਨੋ ਨਹੀਂ ਪਈ ਜਿੰਨੀ ਕਿ ਹੋਰ ਰੀਜਨਸ ਦੇ ਵਿੱਚ ਹੈ ਜਿਹਦੇ ਕਰਕੇ ਕੋਈ ਵੀ ਕੈਂਸਲੇਸ਼ਨ ਜਿਹੜੀ ਆ ਇਹ ਸਕੂਲ ਬੱਸ ਟਰਾਂਸਪੋਰਟੇਸ਼ਨ ਜਿਹੜੀ ਸਟੂਡੈਂਟਸ ਦੇ ਲਈ ਹੈ ਤੇ ਜਿਹੜੀ ਅਦਰਵਾਈਜ਼ ਮਤਲਬ ਸਟਾਫ ਦੀ ਸ਼ਾਰਟੇਜ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਕੈਂਸਲੇਸ਼ਨ ਹੈਗੀਆਂ ਕੁਛ ਰੂਟਸ ਦੇ ਉੱਤੇ ਆਲਰੇਡੀ ਚਲੋ ਮੈਨੇਜ ਕਰ ਰਹੇ ਨੇ ਪਰ ਲੇਕਿਨ ਕਿ ਵੈਦਰ ਰਿਲੇਟਡ ਜਿਹੜੀ ਕੋਈ ਵੀ ਕੈਂਸਲੇਸ਼ਨ ਅੱਜ ਇਹ ਨਹੀਂ ਦੇਖੀ ਗਈ ਸੋ ਸਕੂਲਸ ਐਜ਼ ਇਜ਼ ਜਿਸ ਤਰ੍ਹਾਂ ਇਨ ਪਰਸਨ ਕਲਾਸਿਸ ਵਾਸਤੇ ਵੀ ਤੇ ਆਨਲਾਈਨ ਤੇ ਚਲੋ ਜਿਹੜੀਆਂ ਕਲਾਸਿਸ ਲੱਗਦੀਆਂ ਨੇ ਉਹ ਤੇ ਹੈ ਹੀ ਹੈ ਸੋ ਆਮ ਰੈਗੂਲਰ ਜਿਹੜਾ ਜੀ ਬਿਜ਼ਨਸ ਹੈ ਸੋ ਉਸ ਲਿਹਾਜ਼ ਨਾਲ ਕੈਂਸਲੇਸ਼ਨ ਜਿਹੜੀਆਂ ਜੀ ਇਹਨਾਂ ਪੀਲ ਰੀਜਨ ਦੇ ਸਕੂਲਾਂ ਦੇ ਵਿੱਚ ਨਹੀਂ ਅੱਜ ਕਰਨੀਆਂ ਪਈਆਂ ਸਨੋ ਲੇਕਿਨ ਕਿ ਸਾਲ ਆਪਾਂ ਦੇਖ ਰਹੇ ਹਾਂ ਕਿ ਜਿੱਥੇ ਰਾਤ ਭਰ ਹੁੰਦਾ ਰਿਹਾ ਜੀ ਉਹ ਨਾਲ ਹੀ ਲੇਕਿਨ ਕਿ ਅੱਜ ਦੇਰ ਸ਼ਾਮ ਤੱਕ ਵੀ ਸੰਭਾਵਨਾ ਤੇ ਇਹ ਹੁੰਦੀ ਰਹੇਗੀ ਪਰ ਲੱਗ ਰਿਹਾ ਕੱਲ ਨੂੰ ਅਰਸ਼ ਜਿਹੜਾ ਜੀ ਦਿਨ ਇਹ ਕਈ ਦਿਨਾਂ ਤੋਂ ਬਾਅਦ ਖੁੱਲ ਜਾਣਾ ਆ GTA ਦੇ ਵਿੱਚ ਤੇ ਜਾਣੀ ਕਿ ਬੱਦਲਬਾਈ ਘੱਟ ਜਾਏਗੀ ਤੇ ਸੂਰਜ ਆ ਜਿਹੜਾ ਨਜ਼ਰ ਆਏਗਾ ਪਰ ਸਰਦੀ ਆ ਹਜੇ ਜਿਸ ਤਰ੍ਹਾਂ ਆਪਾਂ ਕਹਿ ਰਹੇ ਮਹੀਨਾ ਡੇਢ ਮਹੀਨਾ ਇਹ ਵਾਚ ਤੇ ਸਿਚੁਏਸ਼ਨ ਨੂੰ ਕਰਨਾ ਪਏਗਾ ਪਰ ਹੁਣ ਇਹ ਹੈ ਜੀ ਵੀ ਜਦੋਂ ਸਿਟੀ ਕਾਉਂਸਲਰਸ ਨਾਲ ਇੱਥੇ ਗੱਲ ਕਰਦੇ ਨਾ ਬਰੈਂਪਟਨ ਦੀ ਉਹ ਜਿਹੜੀ ਵਿੰਡਰੋ ਜਾਂ ਕੱਲ ਕੋਈ ਵੱਟ ਬਣਾ ਜਾਂਦੇ ਆ ਹਟਾਉਂਦੇ ਆ ਸੜਕਾਂ ਦੇ ਜੀ ਤੇ ਉਹ ਹੁਣ ਭੈਣ ਭਰਾਵਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਹੈ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਕੋਈ ਹੋਰ ਸ਼ਹਿਰਾਂ 'ਚ ਜੇ ਉਹ ਮਤਲਬ ਨਹੀਂ ਇਹ ਬਣਨ ਦਿੰਦੇ ਤੇ ਸਾਡੇ ਬਰੈਂਪਟਨ 'ਚ ਕੀ ਗੱਲ ਆ ਤੇ ਚਲੋ ਸਿਟੀ ਕਾਉਂਸਲਰ ਜਾਂ ਮੇਅਰ ਜਦੋਂ ਇਹ ਉਮੀਦਵਾਰ ਕੈਂਡੀਡੇਟ ਹੁੰਦੇ ਵੋਟਾਂ ਦੇ ਵਿੱਚ ਉਦੋਂ ਇਹਨਾਂ ਦਾ ਸੁਭਾਅ ਥੋੜਾ ਜਿਹਾ ਹੋਰ ਹੁੰਦਾ ਮਤਲਬ ਨਰਮ ਹੁੰਦਾ ਕਹਿ ਲਓ ਵੀ ਰਿਸਪੈਕਟਫੁਲ ਵੀ ਜ਼ਿਆਦਾ ਹੁੰਦਾ ਜੀ ਪਰ ਜਦੋਂ ਆਪਾਂ ਗੱਦੀ ਤੇ ਜਾਣੀ ਬਹਿ ਜਾਂਦੇ ਆ ਬਣ ਸਕ ਕੇ ਵੀ ਹੁਣ 3-4 ਸਾਲ ਕੋਈ ਚਿੰਤਾ ਨਹੀਂ ਹੈ ਉਦੋਂ ਫਿਰ ਥੋੜਾ ਜਿਹਾ ਆਪਾਂ ਕਿਤਾਬਾਂ ਫਰੋਲ ਕੇ ਤੇ ਉਹ ਰੈਗੂਲੇਸ਼ਨ ਦੇ ਲਿਹਾਜ਼ ਨਾਲ ਗੱਲ ਕਈ ਵਾਰੀ ਕਰਦੇ ਆ ਜਿਹੜਾ ਕਿ ਕੈਂਡੀਡੇਟ ਹੁੰਦੇ ਆ ਕਈ ਵਾਰੀ ਆਪਾਂ ਨਹੀਂ ਕਰਦੇ ਆ ਰਾਈਟ ਸੋ ਜਿਸ ਕਰਕੇ ਇਹ ਆ ਜੀ ਫਿਰ ਇਹ ਸੁਣਨ ਨੂੰ ਮਿਲ ਗਿਆ ਸੀਗਾ ਜਿੱਥੇ ਪਿਛਲੀ ਇਲੈਕਸ਼ਨ 'ਚ ਜਾਣੀ 2018 'ਚ ਆਮ ਇਹੀ ਗੱਲ ਆਪਾਂ ਸੁਣਦੇ ਸੀ ਵੀ ਨਹੀਂ ਜੀ ਇਹ ਵਿੰਡਰੋ ਇਹ ਵੱਟ ਬਣਨਾ ਬਹੁਤ ਗਲਤ ਆ ਇਹ ਠੀਕ ਹੋਣਾ ਚਾਹੀਦਾ ਕਰਾਂਗੇ ਜੀ ਜਾਣ ਤੋਂ ਬਾਅਦ ਇਲੈਕਟ ਹੋਣ ਤੋਂ ਬਾਅਦ ਸਾਨੂੰ ਕਾਉਂਸਲਰਸ ਨੇ ਦੱਸਿਆ ਜੀ ਵੀ ਇਹ ਹੁਣ ਏਦਾਂ ਲੱਗ ਰਿਹਾ ਜੀ ਵੀ ਇਹ ਦੇਖੋ ਜਿਹੜੀ ਬਰਫ਼ ਜਿਹੜੀ ਸਨੋਫਾਲ ਆ ਵੀ ਭਾਰਾ ਜਿਹੜਾ ਉਹ ਸੀਜ਼ਨ ਦੇ ਵਿੱਚ 4-5 ਵਾਰੀ ਤੋਂ ਵੱਧ ਨਹੀਂ ਹੁੰਦਾ ਹਨਾ ਜਿਹਦੇ ਵਿੱਚ ਕਿ ਸਾਨੂੰ ਵੀ ਬਹੁਤ ਜ਼ਿਆਦਾ ਸਨੋ ਜਿਹੜੀ ਆ ਹਟਾਉਣੀ ਪਵੇ ਤੇ ਉਸ ਲਿਹਾਜ਼ ਨਾਲ ਜੀ ਵੀ ਜੇ ਥੋੜੀ ਜਿਹੀ ਸਨੋ ਦੀ ਥੋੜੀ ਜਿਹੀ ਵੱਟ ਬਣ ਗਈ ਤੇ ਜਿੱਥੇ ਬਾਕੀ ਡਰਾਈਵ ਵਿੱਚ ਉਹ ਸਨੋ ਹਟਾਈ ਤੇ ਉਹ ਵੀ ਹਟਾਈ ਜਾ ਸਕਦੀ ਆ ਕਿਉਂਕਿ ਵੀ ਇਹਦੇ ਨਾਲ ਜੇ ਇਹਨੂੰ ਰੋਕਣਾ ਹੋਵੇ ਤੇ $5 ਮਿਲੀਅਨ ਦਾ ਜਾਣੀ ਕਿ ਵੀ ਹੋਰ ਜਿਹੜਾ ਅਰੇਂਜਮੈਂਟ ਆ ਸਿਟੀ ਦੇ ਬਜਟ ਵਿੱਚ ਕਰਨਾ ਦੀ ਜ਼ਰੂਰਤ ਹੋ ਸਕਦੀ ਆ ਤੇ ਉਹਦੇ ਨਾਲ ਫਿਰ ਜਿਹੜਾ ਪ੍ਰਾਪਰਟੀ ਟੈਕਸ ਵੀ ਵੱਧ ਸਕਦਾ ਹੈ ਸੋ ਇਹ ਵੀ ਇੱਕ ਤਰੀਕੇ ਨਾਲ ਤੇ ਸਿਟੀ ਦੇ ਜਿਹੜੇ ਰੈਜ਼ੀਡੈਂਟਸ ਆ ਵੀ ਉਹ ਸਨੋ ਹਟਾਉਣ ਲਈ ਵੱਟ ਹਟਾਉਣ ਲਈ ਵੀ ਥੋੜੇ ਐਕਟਿਵ ਰਹਿਣ ਇੱਕ ਤੇ ਉਹਨਾਂ ਦੀ ਹੈਲਥ ਲਈ ਠੀਕ ਆ ਇਹ ਪਰ ਦੂਸਰੇ ਪਾਸੇ ਜਿਹੜੇ ਫਿਜ਼ੀਕਲੀ ਅਰਸ਼ ਚੈਲੰਜ ਜੀ ਬਿਲਕੁਲ ਹਨਾ ਉਹਨਾਂ ਲਈ ਚਲੋ ਇਹ $200-300 ਦਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਗ੍ਰਾਂਟ ਪਈ ਬਰਫ਼ ਹਟਾਉਣ ਲਈ ਉਹ ਹੈਲਪ ਲੈ ਲੈਣ ਪਰ ਕੁੱਲ ਮਿਲਾ ਕੇ ਜਿਹੜੀ ਇਹ ਵੱਟ ਆ ਨਾ ਇਹ ਭਾਰੀ ਜਦੋਂ ਸਨੋ ਹੋ ਜਾਂਦੀ ਆ ਤੇ ਲੱਗ ਰਿਹਾ ਵੀ ਬਹੁਤ ਇਹ ਵੱਡਾ ਬਰਡਨ ਖਾਸ ਤੌਰ ਤੇ ਜਿਹੜੇ ਚੈਲੰਜ ਲੋਕ ਨੇ ਜਾਂ ਸੀਨੀਅਰਸ ਨੇ ਉਹਨਾਂ ਵਾਸਤੇ ਹੁੰਦਾ ਹੈ ਜੀ ਤੋ ਉਸ ਕਰਕੇ ਅੱਜ ਵੀ 5 ਮਿਲੀਅਨ ਹੁਣ ਤੁਸੀਂ ਦੇਖੋ ਨਾ ਵੀ ਜੇ ਆਪਾਂ ਕੂੜਾ ਚੁੱਕਣ ਤੇ ਵੀ ਟੋਰਾਂਟੋ ਦੇ ਵਿੱਚ ਤਾਂ ਪਲਾਨ ਚੱਲ ਰਹੀ ਆ ਪੀਲ ਰੀਜਨ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਆ ਵੀ ਜਿੱਥੇ ਹੁਣ ਤੱਕ ਪ੍ਰਾਪਰਟੀ ਟੈਕਸ ਦੇ ਵਿੱਚ ਸ਼ਾਮਲ ਹੈ ਕੂੜਾ ਚੁੱਕਣ ਦੀ ਸਰਵਿਸ ਗਾਰਬੇਜ ਵਾਲੀ ਜੀ ਉਹਦੇ ਤੇ ਜਾਣੀ ਕਿ ਗਾਂਹ ਅੱਗੇ ਚੱਲ ਕੇ ਇਹ ਪਲੈਨਿੰਗਸ ਚੱਲ ਰਹੀਆਂ ਕਾਫੀ ਸਾਰੇ ਸਾਊਦਰਨ ਓਨਟਾਰੀਓ ਦੇ ਰੀਜਨਸ ਦੇ ਵਿੱਚ ਵੀ ਕਿਉਂ ਨਾ ਇਹ ਸਾਲ ਦੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਕਿ ਬਹਾਨਾ ਜਾਂ ਚਲੋ ਕੋਈ ਰੀਜ਼ਨ ਤਾਂ ਇਹ ਵਰਤਿਆ ਜਾ ਰਿਹਾ ਵੀ ਲੋਕ ਆ ਜਿਹੜੇ ਉਹ ਘੱਟ ਕੂੜਾ ਸੁੱਟਣਗੇ ਜੇ ਉਹਨਾਂ ਦੇ ਪੱਲੇ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਹਨਾ ਜਾਣੀ ਕਿ ਹੁਣ ਜੇ ਆਪਾਂ ਥੋੜਾ ਜਿਹਾ ਮਾਮੂਲੀ ਜਿਹਾ ਪ੍ਰਾਪਰਟੀ ਟੈਕਸ ਨਹੀਂ ਵਧਾਉਂਦੇ 2-4 ਸਾਲ ਉਹਦਾ ਆਪਾਂ ਢੋਲ ਵਜਾਈ ਜਾਂਦੇ ਆ ਵੀ ਦੇਖੋ ਜੀ ਪ੍ਰਾਪਰਟੀ ਟੈਕਸ ਨਹੀਂ ਵਧਣ ਦਿੱਤਾ ਪਰ ਹੁਣ ਉਹਦੇ ਨਾਲ ਹੀ ਵੀ ਜੇ ਆਪਾਂ ਪਾਣੀ ਦਾ ਬਿੱਲ ਮੈਂ ਸਮਝਾਂਗਾ ਜੀ ਕਿ 2020 ਦਾ ਕੱਢ ਲੈਣ ਲੋਕ
ਤੇ ਉਹ ਕੰਪੇਅਰ ਕਰਨ ਵੀ ਅੱਜ ਉਹਨਾਂ ਦਾ ਪਾਣੀ ਦਾ ਬਿੱਲ ਕਿੰਨਾ ਆ ਰਿਹਾ। ਉਹਦੇ ਵਿੱਚ ਜਿਹੜਾ ਜਾਣੀ ਕਿ ਇਹ ਵੱਡਾ ਸਟੋਰਮ ਵਾਟਰ ਸਰਚਾਰਜ ਲਾਇਆ ਤੇ ਕਿੰਨਾ ਇੱਕ ਵੱਡੇ ਜਾਣੀ ਸਟੋਰਮ ਇੱਥੇ ਬਰੈਂਪਟਨ ਦੇ ਵਿੱਚ ਆ ਰਹੇ ਆ, ਤੇ ਜਾਂ ਫਿਰ ਉਹਨਾਂ ਵੱਡਾ ਜਿਹੜਾ ਸਰਚਾਰਜ ਆ ਉਹ ਜਸਟੀਫਾਈਡ ਕਿੱਦਾਂ ਆ। ਤੇ ਦੂਸਰਾ ਜਿਹੜਾ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਆ ਕਈ ਵਾਰੀ, ਜਦੋਂ ਮੇਅਰ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਵੀ ਇਹ ਜੀ ਪੀਲ ਆਫ ਰੀਜਨ ਇਹਨੂੰ ਮੈਨੇਜ ਕਰਦਾ, ਠੀਕ ਹੈ ਉਹ ਮੈਨੇਜ ਕਰਦਾ, ਪਰ ਉਹ ਸਿਟੀ ਕਾਉਂਸਲ ਬਰੈਂਪਟਨ ਨੇ ਜਾਣੀ ਉਹਨੂੰ ਪਾਸ ਕਰਕੇ ਇੰਪੋਜ਼ ਕੀਤਾ ਉਹਨੂੰ ਮੈਨੇਜ, ਮਤਲਬ ਕਿਉਂਕਿ ਵਾਟਰ ਤੇ ਸਰਚਾਰਜ ਹੈ ਤੇ ਵਾਟਰ ਬਿੱਲ ਪੀਲ ਰੀਜਨ ਭੇਜਦਾ ਬਰੈਂਪਟਨ ਦੇ ਰੈਜ਼ੀਡੈਂਟਸ ਨੂੰ ਵੀ ਜੀ। ਉਹਨਾਂ ਨੇ ਮੈਨੇਜ ਕਿਹੜਾ ਮੁਫਤ ਕਰਨਾ, ਉਹਦੇ ਵਿੱਚੋਂ ਆਪਣੀ ਕਾਸਟ ਕੱਟ ਕੇ ਬਾਕੀ ਦਾ ਜਿਹੜਾ ਉਹ ਰਕਮ ਆ ਉਹ ਬਰੈਂਪਟਨ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦੇਣੀ ਹੈ। ਸੋ ਇਸ ਤਰ੍ਹਾਂ ਹੀ ਜੇ ਹੁਣ ਕੂੜੇ ਤੇ ਵੀ ਗਾਂਹ ਚੱਲ ਕੇ ਇਹ ਫੈਸਲਾ ਕਰਦੇ ਆ ਵੀ ਗਾਰਬੇਜ ਤੇ ਵੀ ਅਲੱਗ ਜਿਹੜਾ ਸਿਟੀ ਦੇ ਲੋਕ ਉਹ ਆਪਣੇ ਬਿਨ ਦੀ ਸਾਈਜ਼ ਦੇ ਲਿਹਾਜ਼ ਨਾਲ ਪੈਸੇ ਦੇਣੇ ਪੈਣਗੇ, ਤੇ ਫਿਰ ਜੇ ਪ੍ਰੋਪਰਟੀ ਟੈਕਸ ਨਹੀਂ ਵੀ ਵਧਾਇਆ ਤੇ ਕੱਲੀ ਸਰਵਿਸ ਤੇ ਜੇ ਐਡੀਸ਼ਨਲ ਚਾਰਜ ਲੈਣੇ ਸ਼ੁਰੂ ਕਰ ਦਿੱਤੇ ਤੇ ਗੱਲ ਤੇ ਉੱਥੇ ਹੀ ਆ ਗਈ ਵੀ ਕੰਨ ਆਪਾਂ ਸਿੱਧਾ ਨਹੀਂ ਫੜਿਆ ਤੇ ਵਲ ਪਾ ਕੇ ਫੜ ਲਿਆ। ਸੋ ਇਸ ਲਿਹਾਜ਼ ਨਾਲ ਇਹ ਆ ਜੀ ਵੀ ਜੇ ਬਾਕੀ ਦੀਆਂ ਸਰਵਿਸਿਜ਼ ਸਾਰੀਆਂ ਹੈਗੀਆਂ ਤੇ ਚੈਲੰਜ ਜੇ ਸਨੋ ਹਟਾਉਣ ਦੇ ਭੈਣ ਭਰਾਵਾਂ ਨੂੰ ਵੱਟ ਦੇ ਵੱਡੇ ਨੇ ਤੇ ਉਹਨੂੰ ਅੰਡਰਸਟੈਂਡ ਕਰਦਿਆਂ ਇਹਦਾ ਵੀ ਕੋਈ ਹੱਲ ਕੱਢਿਆ ਹੀ ਜਾ ਸਕਦਾ। 905 813 1320 ਤੇ ਇਸ ਹਿੱਸੇ ਨੂੰ ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਦੇ ਵੀਰ ਹਰਮਿੰਦਰ ਹੰਸੀ ਦੀ ਪੂਰੀ ਟੀਮ ਇਸ ਨੂੰ ਸਪਾਂਸਰ ਕਰਦੀ ਸੈਗਮੈਂਟ ਨੂੰ। ਸੋ ਅੰਤਮ ਰਸਮਾਂ ਵਾਸਤੇ ਕੁਝ ਹੱਥ ਥੱਲੇ ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਤੇ ਕਿਚਨਰ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ 6475478188 6475478188 ਸਟੀਫਨਸ ਫਰਨੀਚਰ ਦੀਆਂ ਦੋ ਸ਼ਾਨਦਾਰ ਲੋਕੇਸ਼ਨਸ 2575 ਸਟਿਊਜ਼ ਐਵਨਿਊ ਈਸਟ 6 ਮਾਰਕੋਨੀ ਕੋਰਟ ਇਨ ਬੋਲਟਨ। ਅਤੇ ਅਗਰ ਤੁਸੀਂ ਟਰੱਕ ट्रेलर ऑफिस इक्विपमेंट हैवी इक्विपमेंट इंडस्ट्रीयल मशीनरी तुसी कोई भी फर्स्ट सैकंड थर्ड लोन लेना चाहते हो प्राइवेट फंड्स चाहते हो बैड क्रेडिट है थोड़ा प्लान फाइनेंशियल ते गौरव कुमार जी नाल गलबात की जा सकती है 6474097501 6474097501 ते गल कर सकते हो। जॉल साहब अगली खबर वासी वादा जी एज यू ऑल नो कि ऑटवा दे विच ਜਿਹੜੇ ਸਾਰੇ ਟਰੱਕਰਸ ਨੇ ਇਸ ਵੇਲੇ ਧਰਨਾ ਲਾ ਕੇ ਬੈਠੇ ਹੋਏ ਨੇ ਐਂਡ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲੋਂ ਇਹ 1-2 ਦਿਨ ਹੀ ਲਾਸਟ ਕਰਨਾ, ਪਰੰਤੂ ਅੱਜ ਕਾਫੀ ਟਾਈਮ ਹੋ ਚੁੱਕਾ ਹੈ ਜੀ ਐਂਡ ਇਹ ਵੀ ਸੰਭਾਵਨਾ ਹੈ ਕਿ ਵਧੇਗਾ ਵੀ। ਅਤੇ ਉੱਥੋਂ ਦੇ ਜਿਹੜੇ ਵਸਨੀਕ ਨੇ ਜਿਹੜੇ ਡਾਊਨਟਾਊਨ ਕੋਰ ਦੇ ਵਿੱਚ ਰਹਿੰਦੇ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਲੋਕਲ ਬਿਜ਼ਨਸਿਸ ਉਹ ਹੁਣ ਤੰਗ ਹੋ ਰਹੇ ਨੇ। ਵੀਡੀਓਜ਼ ਕਾਫੀ ਆ ਰਹੀਆਂ ਨੇ ਇਸ ਨੂੰ ਲੈ ਕੇ, ਕੀ ਟਰੂਡੋ ਕੁਛ ਕਰ ਰਹੀ ਹੈ ਜੀ ਇਸ ਨੂੰ ਲੈ ਕੇ? ਪਰ ਇਸ ਤਰ੍ਹਾਂ ਵੀ ਜਿਹੜੇ ਡੈਮੋਨਸਟ੍ਰੇਟਰਸ ਜਾਂ ਮੁਜ਼ਾਹਰਾਕਾਰੀ ਦੀ ਪ੍ਰਦਰਸ਼ਨਕਾਰੀ ਹੁੰਦੇ ਆ ਨਾ ਵੀ ਇਹ ਡਿਪੈਂਡ ਕਰਦਾ ਵੀ ਕਿੰਨੇ ਕੇ ਰਿਸੋਰਸ ਫੋਲਿਆ। ਹੁਣ ਇਹ ਕਿਸਾਨਾਂ ਦਾ ਭਾਰਤ ਦੇ ਵਿੱਚ ਕਿਉਂ ਸਫਲ ਹੋ ਗਿਆ, ਕਿਉਂਕਿ ਪੰਜਾਬ ਦੇ ਹਰਿਆਣੇ ਦੇ ਜਿਹੜੇ ਕਿਸਾਨ ਜਾਨੀ ਰਿਸੋਰਸ ਫੁੱਲ ਸੀਗੇ ਉਹਨਾਂ ਕੋਲ ਕੋਈ ਘਾਟ ਨਹੀਂ ਸੀ, ਉਹ ਐਜੀਟੇਸ਼ਨ ਨੂੰ ਚੱਲਦਾ ਰੱਖਦਿਆਂ। ਬਾਕੀ ਉਹ ਸ਼ਾਹੀਨ ਬਾਗ ਹੋਇਆ ਜਾਂ ਹੋਰ ਸਾਰੇ ਹੋਏ, ਮਤਲਬ ਰਿਸੋਰਸਿਸ ਜਿੰਨੇ ਕੁ ਹੋਣ ਉਸ ਤਰੀਕੇ ਦੇ ਨਾਲ ਹੀ ਜਿਹੜਾ ਜੀ ਸਟਰੈਂਥ ਆ ਇਹ ਐਜੀਟੇਸ਼ਨ ਦੀ ਹੁੰਦੀ ਆ। ਤੇ ਇਹਦੇ ਕਰਕੇ ਆਪਾਂ ਉਹ ਵੱਡੀ ਸਫਲਤਾ ਵੀ ਦੇਖੀ ਆ ਵੀ ਉਹ ਮੇਨਟੇਨ ਕਰ ਸਕੇ ਆਪਣਾ ਆਪ, ਹੈ ਨਾ, ਜਿੱਦਾਂ ਜਿਹੜੀ ਗੱਲ ਲੈ ਕੇ ਚੱਲ ਗਏ ਸੀ ਉੱਥੇ ਖੜੇ ਰਹੇ ਜੀ। ਇੱਦਾਂ ਹੀ ਇਹ ਓਟਵਾ ਦੇ ਵਿੱਚ ਇਹ ਜੇ ਹੁਣ ਆਪਾਂ ਗੋਫੰਡਮੀ ਦੀ ਗੱਲ ਕਰਦੇ ਸੀ ਵੀ $6.5 ਮਿਲੀਅਨ ਉਹਨਾਂ ਨੂੰ ਇਕੱਠੇ ਹੋ ਗਏ, ਮਤਲਬ ਰਿਸੋਰਸਿਸ ਹੈਗੇ ਆ ਜੀ ਕਿ ਉੱਥੇ ਬੈਠੇ ਰਹਿਣ ਦੇ ਲਈ ਜਿਹੜੀਆਂ ਕੋਸਟ ਉਹਨਾਂ ਨੂੰ ਚਾਹੀਦੀਆਂ ਨੇ ਤੇ ਉਹ ਝੱਲਣ ਦੀ ਸਮਰੱਥਾ ਆਪੇ ਹੀ ਉਹਨਾਂ ਨੇ ਕਲੈਕਸ਼ਨ ਦੇ ਵਿੱਚ ਕੀਤੀ ਹੋਈ ਆ, ਭਾਵੇਂ ਕਿ ਦੇਸ਼ ਦੀ ਬਜਾਏ ਉਹ ਵਿਦੇਸ਼ਾਂ ਚੋਂ ਵੀ ਮਨੀ ਆਇਆ ਹੋਇਆ ਕਿਹਾ ਜਾ ਰਿਹਾ। ਪਰ ਹੁਣ ਇਹ ਸਭ ਕੁਝ ਜਿਹੜਾ ਜੀ ਆਪਾਂ ਦੇਖ ਲਏ ਵੀ ਆਲਮੋਸਟ ਵੀਕ ਹੀ ਹੋ ਚੱਲਿਆ, ਚਲੋ 5ਵਾਂ ਦਿਨ ਤੇ ਕੈਨੇਡੀਅਨ ਗਵਰਨਮੈਂਟ ਵਾਸਤੇ ਇਸ ਵੇਲੇ ਸਭ ਤੋਂ ਵੱਡੀ ਇਹ ਸਿਰਦਰਦੀ ਬਣਿਆ ਹੋਇਆ ਜੀ। ਤੇ ਹਿਸਟਰੀ ਦੇ ਵਿੱਚ ਜਾਣੀ ਕਿ ਵੀ ਇੰਨਾ ਵੱਡਾ ਚੈਲੰਜ ਕੋਈ ਡੈਮੋਨਸਟ੍ਰੇਸ਼ਨ ਬਣ ਗਿਆ ਹੋਵੇ ਇਹਦੀਆਂ ਐਗਜ਼ਾਮਪਲਸ ਬਹੁਤ ਘੱਟ ਹੈ। ਕੁਬੈਕ ਦੇ ਵਿੱਚ ਇੱਕ ਵਾਰ ਸਿਚੁਏਸ਼ਨ ਹੋਈ ਆ ਜਿਹਦੇ ਵਿੱਚ ਕਿ ਫੌਜ ਵੀ ਬੁਲਾਉਣੀ ਪਈ, ਪਰ ਹੁਣ ਇੱਥੇ ਵੀ ਜਾਣੀ ਕਿ ਫੌਜ ਵਾਲੀ ਆਪਸ਼ਨ ਨੂੰ ਵੀ ਹੱਥ ਵਿੱਚ ਰੱਖਿਆ ਜਾ ਰਿਹਾ। ਭਾਵੇਂ ਹਾਲ ਦੀ ਘੜੀ ਜਿਹੜਾ ਡਿਫੈਂਸ ਸਾਡੇ ਮਿਨਿਸਟਰ ਨੀਤਾ ਆਨੰਦ ਆ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਵੀ ਅਸੀਂ ਫੌਜ ਭੇਜਣ ਦੀ ਲੋੜ ਨਹੀਂ ਆ, ਪਰ ਜਿਹੜੀ ਵੀ ਇਹ ਓਟਵਾ ਦੇ ਵਿੱਚ ਪੁਲਿਸ ਚੀਫ ਹੈਗੇ ਆ ਖਾਸ ਤੌਰ ਤੇ ਪੀਟਰ ਸਲੋਲੀ ਵੀ ਉਹ ਕਹਿ ਰਹੇ ਆ ਵੀ ਹਰ ਆਪਸ਼ਨ ਤੇ ਅਸੀਂ ਨਜ਼ਰ ਰੱਖ ਰਹੇ ਹਾਂ ਜੀ। ਤੇ ਜੇ ਪੁਲਿਸ ਦੇ ਇਨਫੋਰਸਮੈਂਟ ਦੇ ਨਾਲ ਇਹ ਤਿੱਤਰ ਬਿੱਤਰ ਕਰਾਉਣਾ ਪਿਆ ਡੈਮੋਨਸਟ੍ਰੇਟਰਸ ਨੂੰ ਤੇ ਫਿਰ ਉਹਦੇ ਵਿੱਚ ਲੋਕ ਜ਼ਖਮੀ ਵੀ ਹੋ ਸਕਦੇ ਆ, ਅਰੈਸਟ ਵੀ ਹੋ ਸਕਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੌਤਾਂ ਵੀ ਹੋ ਸਕਦੀਆਂ। ਸੋ ਇਸ ਕਰਕੇ ਵੀ ਇਹ ਹੁਣ ਇਸ ਤਰੀਕੇ ਦੀ ਆਪਸ਼ਨ ਨੂੰ ਕਿੰਨਾ ਕੁ ਜਾਣੀ ਕਿ ਵੀ ਸਮਝਿਆ ਜਾਂਦਾ ਆ ਵੀ ਜ਼ਰੂਰੀ ਆ ਕਿ ਜਾਂ ਗੱਲਬਾਤ ਨਾਲ ਇਹ ਮਸਲਾ ਹੱਲ ਹੋ ਸਕਦਾ ਕਿ ਨਹੀਂ। ਚਲੋ ਨੈਗੋਸੀਏਸ਼ਨਸ ਵੀ ਅੰਦਰ ਖਾਤੇ ਚੱਲ ਰਹੀਆਂ ਵੀ ਓਨਟਾਰੀਓ ਦੇ ਪ੍ਰੀਮੀਅਰ, ਕਿਉਂਕਿ ਓਟਵਾ ਹੈ ਤੇ ਓਨਟਾਰੀਓ ਦਾ ਹਿੱਸਾ ਹੀ ਨਾ ਜੀ, ਉਹ ਵੀ ਕਹਿ ਚੁੱਕੇ ਨੇ ਜੀ ਵੀ ਡੈਮੋਨਸਟ੍ਰੇਟਰਸ ਜਿਹੜੇ ਹੈਗੇ ਆ ਜੀ ਠੀਕ ਆ ਤੁਹਾਡੀ ਗੱਲ ਸਮਝ ਆ ਗਈ ਆ, ਸੁਣ ਲਈ ਆ ਲੋਕਾਂ ਨੇ, ਹੁਣ ਤੁਸੀਂ ਘਰੋਂ ਘਰ ਜਾਓ, ਪਰ ਉਹ ਕਿਸੇ ਨੇ ਨਹੀਂ ਸੁਣੀ ਗੱਲ ਜੀ।
ਤੇ ਜਿਸ ਕਰਕੇ ਵੀ ਲੱਗ ਰਿਹਾ ਵੀ ਆਉਣ ਵਾਲਾ ਜਿਹੜਾ ਵੀਕਐਂਡ ਹੈ ਜੀ ਇਦਾਂ ਹੀ ਜਾਣੀ ਗਵਰਨਮੈਂਟ ਦੀ ਕੋਸ਼ਿਸ਼ ਹੋਏਗੀ ਕਿ ਵੀਕਐਂਡ ਤੋਂ ਪਹਿਲਾਂ ਇਹ ਜਿਹੜਾ ਗੱਲ ਖਤਮ ਕਰ ਦਿੱਤੀ ਜਾਏ। ਪਰ ਲੇਕਿਨ ਕਿ ਵੀ ਜੇ ਵੀਕਐਂਡ ਤੱਕ ਇਹ ਨਹੀਂ ਇਦਾਂ ਹੀ ਕੰਟੀਨਿਊ ਕਰਦਾ ਤੇ ਇਹ ਜਿਹੜਾ ਉੱਥੇ ਭੀੜ ਆ ਇਹ ਮੁਜ਼ਾਹਰਾਕਾਰੀਆਂ ਦੀ ਹੋਰ ਵੱਧ ਹੋਣ ਦੀ ਸੰਭਾਵਨਾ ਹੈ। ਔਰ ਆਟੋਵਾ ਡਾਊਨਟਾਊਨ ਦੇ ਵਿੱਚ ਸਿਚੁਏਸ਼ਨ ਜਿਹੜੀ ਵੀ ਖਾਸ ਤੌਰ ਤੇ ਡਾਊਨਟਾਊਨ ਕੋਰ ਦੇ ਵਿੱਚ ਸਕੂਲ ਸਟੋਰ ਮਤਲਬ ਕਾਫੀ ਸਾਰੇ ਬੰਦ ਨੇ ਤੇ ਆਮ ਜਨ ਜੀਵਨ ਜਿਹੜਾ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਠੱਪ ਵਾਲੀ ਗੱਲ ਹੀ ਹੈ ਕਿਉਂਕਿ ਸੜਕਾਂ ਤੇ ਆਸ-ਪਾਸ ਉੱਥੇ ਪਾਰਲੀਮੈਂਟ ਦੇ ਨੇੜੇ ਜਿਹੜੇ ਜੀ ਟਰੱਕ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਖੜੇ ਕੀਤੇ ਹੋਏ ਆ ਜੀ, ਉੱਥੇ ਫਿਰ ਸੜਕੀ ਆਵਾਜਾਈ ਦੇ ਵਿੱਚ ਵੱਡੀਆਂ ਰੁਕਾਵਟਾਂ ਨੇ। ਸੋ ਇਸ ਕਰਕੇ ਆਟੋਵਾ ਵਾਸੀ ਕਾਫੀ ਚਿੰਤਤ ਹੈ ਜੀ ਇਹ ਸਭ ਕੁਝ ਜੋ ਉੱਥੇ ਚੱਲ ਰਿਹਾ। ਸੋ ਹੁਣ ਇਹ ਲੱਗ ਰਿਹਾ ਜੀ ਕਿ ਦੇਸ਼ ਭਰ ਦੀ ਬਜਾਏ ਵੈਸੇ ਵਿਦੇਸ਼ਾਂ ਦੇ ਵਿੱਚ ਵੀ ਦੁਨੀਆ ਦੀ ਨਜ਼ਰ ਲੱਗ ਗਈ ਹੋਈ ਆ ਵੀ ਇਹ ਆਟੋਵਾ 'ਚ ਜਿਹੜਾ ਇਸ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਹੋ ਰਿਹਾ ਰੋਸ ਦਿਖਾਵਾ ਇਹਦਾ ਸਿੱਟਾ ਕੀ ਨਿਕਲਦਾ ਹੈ। ਸੋ ਸਰਕਾਰ ਨੂੰ ਵੈਸੇ ਲੱਗ ਰਿਹਾ ਜੀ ਵੀ ਬੜੀ ਉਹ ਫੂਕ ਕੇ ਕਦਮ ਰੱਖਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਆ। ਪਰ ਜੇ ਫੌਜ ਆਪਣੇ ਆਪ ਦੇ ਵਿੱਚ ਸੱਦਣ ਦੀ ਗੱਲ ਕਿਤੇ ਚੱਲੇ ਤੇ ਇਹ ਕੈਨੇਡਾ ਵਾਸਤੇ ਇੱਕ ਬੜਾ ਕੋਈ ਸਪੈਸ਼ਲ ਓਕੇਜ਼ਨ ਹੀ ਹੋ ਸਕਦਾ ਹੈ ਜੀ ਜੀ, ਇਸ ਲਈ ਕਿ ਫੌਜ ਹੀ ਸੱਦਣੀ ਪੈ ਗਈ ਆਪਣੇ ਲੋਕਾਂ ਦੇ ਉੱਤੇ। ਕਾਲਰਸ ਨੂੰ ਬੇਨਤੀ ਹੈ ਜੀ ਕਿ ਸਵਾਲ ਛੋਟਾ ਹੋਵੇ ਜੀ, ਅਸੀਂ ਵੱਧ ਤੋਂ ਵੱਧ ਨਿਊਜ਼ ਕਵਰ ਕਰੀਏ ਜੀ। 905 813 1320 ਸਪਾਂਸਰਡ ਬਾਈ ਕਟਾਰੀਆ ਟੂਰ ਐਂਡ ਟਰੈਵਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ ਨਾਲ ਗੱਲ ਕਰ ਰਹੇ ਸੀ? ਜੀ ਜੀ ਤੁਹਾਡੇ ਨਾਲ ਗੱਲ ਕਰ ਰਹੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀਗਾ ਜੀ ਜੌਲ ਸਾਹਿਬ ਨੂੰ ਵੀ ਇਹ ਏਦਾਂ ਠੀਕ ਨਹੀਂ ਹੋਏਗਾ ਕਿ ਜੇ ਮਤਲਬ ਅੱਜ 2012-13 ਜਿਹੜਾ ਘਰ ਉਸ ਵੇਲੇ 4 ਲੱਖ ਦਾ ਸੀ ਹੁਣ ਉਹ 2-2 ਮਿਲੀਅਨ ਦਾ ਹੈਗਾ, 5 ਗੁਣਾ ਪ੍ਰਾਈਸ ਵਧੀ ਹੋਈ ਹੈ ਤੇ ਜੇ ਉਸ ਵੇਲੇ ਉਹਦਾ ਪ੍ਰੋਪਰਟੀ ਟੈਕਸ 3000 ਸੀ ਤੇ ਹੁਣ 5 ਗੁਣਾ $15,000 ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਸ ਇਹੀ ਪੁੱਛਣਾ ਸੀ ਜੀ। ਥੈਂਕ ਯੂ ਸੋ ਮਚ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ। ਸੋ ਪ੍ਰੋਪਰਟੀ ਟੈਕਸ ਵਾਸਤੇ ਜਿਹੜੀ ਹੈ ਜੀ ਵੀ ਉਹ ਪ੍ਰਾਈਸ ਹੈ ਨਾ ਓਨਟਾਰੀਓ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਇਹਦੇ ਵਾਸਤੇ ਇੱਕ ਬੋਡੀ ਬਣਾਈ ਹੋਈ ਹੈ ਜਿਹੜੇ ਕਿ ਡਿਟਰਮਨ ਕਰਦੇ ਨੇ ਵੀ ਇਹ ਪ੍ਰੋਪਰਟੀ ਦੀ ਪ੍ਰਾਈਸ ਅੱਜ ਕਿੰਨੀ ਆ, ਅਗਲੇ ਸਾਲ ਕਿੰਨੀ ਹੋਊਗੀ, 2-3 ਸਾਲ ਗਾਂਹ ਕਿੰਨੀ ਹੋਊਗੀ। ਤੇ ਉਹਦੇ ਨਾਲ ਹੀ ਫਿਰ ਜਿਹੜਾ ਜੀ ਵੀ ਰੀਜ਼ਨੇਬਲੀ ਇਹ ਪ੍ਰੋਪਰਟੀ ਟੈਕਸ ਦੀ ਅਮਾਊਂਟ ਹੈ ਜਿਹੜੀ ਉਹ ਐਡਜਸਟ ਕੀਤੀ ਜਾਂਦੀ ਰਹਿੰਦੀ ਆ ਜੀ। ਇਹ ਪ੍ਰੋਪਰਟੀ ਦੀ ਵੈਲਿਊ ਦੇ ਲਿਹਾਜ਼ ਦੇ ਨਾਲ ਇਹ ਉਹ ਅਦਾਰਾ ਹੈ ਜਿਹੜਾ ਜੀ ਡਿਟਰਮਨ ਕਰਦਾ। ਸੋ ਲੱਗ ਰਿਹਾ ਜੀ ਵੀ ਇਹ ਇਸ ਆਈਡੀਏ ਤੋਂ ਇਲਾਵਾ ਜਾਣੀ ਕਿ ਵੀ ਸੋਚਣ ਵਾਲੀ ਗੱਲ ਸਿਰਫ ਇਹੀ ਆ ਵੀ ਇਹ ਸਭ ਕੁਝ ਤਾਂ ਨੂੰ ਜਾ ਰਿਹਾ ਵੀ ਹਰ ਇੱਕ ਵਿਅਕਤੀ ਜਿੰਨੀਆਂ ਮਰਜ਼ੀ ਪ੍ਰੋਪਰਟੀਜ਼ ਨੂੰ ਜੱਫਾ ਮਾਰ ਸਕਦੇ ਨੇ ਤੇ ਜਿਹੜਾ ਜੀ ਵੀ ਇਹਦੇ ਵਿੱਚ ਖਾਸ ਤੌਰ ਤੇ ਜਿਹੜੀ ਆਪਾਂ ਸਮਝਦੇ ਹਾਂ ਜੀ ਵੀ ਪ੍ਰੋਪਰਟੀ ਪਹਿਲਾਂ ਬੁੱਕ ਕਰਾ ਲਓ ਭਾਵੇਂ ਨਹੀਂ ਵੀ ਚਾਹੀਦੀ ਹੈਗੀ ਤੇ ਜਦੋਂ ਫਿਰ ਉਹ ਅਸਾਈਨਮੈਂਟ ਤਿਆਰ ਹੋ ਜਾਊਗੀ ਤੇ ਫਿਰ ਅਸੀਂ ਜਾਣੀ ਉਹਨੂੰ $50,000-60,000 ਮਹਿੰਗੀ ਵੇਚ ਦਿਆਂਗੇ। ਕਈ ਲੋਕਾਂ ਦਾ ਤੇ ਇਹੀ ਬਿਜ਼ਨਸ ਆ ਜਾਣੀ ਕਿ ਉਹਨਾਂ ਦੀ ਜੋਬ ਹੋਰ ਕੋਈ ਨਹੀਂ, ਇਹੀ ਜੋਬ ਹੈ ਇਹਨਾਂ ਦੀ ਜੀ, ਅਸਾਈਨਮੈਂਟ ਹੀ ਹੁੰਦੀ। ਹਾਂਜੀ ਹਾਂਜੀ, ਕਿੱਥੇ ਘਰ ਬਣਨੇ ਆ, ਹਾਂਜੀ ਉੱਥੇ ਜਾ ਕੇ ਵੱਧ ਤੋਂ ਵੱਧ ਬੁੱਕ ਕਰਾ ਦਈਏ। ਕਈ ਤਾਂ 2-2 4-4 5-5 ਹੈ ਨਾ ਜੀ। ਦੂਸਰਾ ਫਿਰ ਕਿਉਂ ਉਹ ਬੁੱਕ ਕਰਵਾ ਰਹੇ ਹੋਣਗੇ ਲੋਕ, ਮਤਲਬ ਕਰਵਾ ਪਾ ਰਹੇ ਹੋਣਗੇ ਕਿਉਂਕਿ ਮੌਰਗੇਜ ਸਿਸਟਮ ਦੇ ਵਿੱਚ ਵੱਡੇ ਖਲਾਅ ਨੇ, ਹਨਾ। ਆਪਾਂ ਭਾਵੇਂ ਕੱਲ ਗੱਲ ਕੀਤੀ ਸੀ ਵੀ ਝੂਠ ਮਾਰ ਕੇ ਜਿਹੜਾ ਇਹ ਝੂਠੇ ਐਵੀਡੈਂਸ ਦੇ ਨਾਲ ਹੁਣ ਤਾਂ ਬੈਂਕਾਂ ਵੀ ਚਲੋ ਵੈਰੀਫਾਈ ਕਰਦੇ ਨੇ, ਨਾਲ ਪਤਾ ਅੱਜ ਕੱਲ੍ਹ ਕੀ ਕਰਦੇ ਆ ਤੁਹਾਨੂੰ ਪਤਾ ਹੋਣਾ ਵੀ ਉਹ ਨਾਲ ਇੱਕ ਫਾਰਮ ਆ ਬੈਂਕ ਦਾ ਸਪੈਸ਼ਲ ਸਾਈਨ ਕਰਾਉਂਦੇ ਆ ਵੀ ਜਿਹੜੇ ਡਾਕੂਮੈਂਟ ਸਾਨੂੰ ਇਨਕਮ ਦੇ ਤੁਸੀਂ ਭੇਜੇ ਆ ਇਹ ਅਸੀਂ CRA ਤੋਂ ਵੈਰੀਫਾਈ ਕਰਨੇ ਆ, ਸਾਨੂੰ ਫਾਰਮ ਤੇ ਸਾਈਨ ਕਰਕੇ ਦਿਓ ਵੀ ਅਸੀਂ CRA ਤੋਂ ਇਹਦੀ ਵੈਰੀਫਿਕੇਸ਼ਨ ਕਰ ਸਕਦੇ। ਉਦੋਂ ਹੱਥ ਕੰਬਦੇ ਫਿਰ ਤੇ ਉਹਦੇ ਵਿੱਚ ਫਿਰ ਜਦੋਂ ਉਹ ਫਾਰਮ ਸਾਈਨ ਕਰਨਾ ਹੁੰਦਾ ਤੇ ਫਿਰ ਕਈ ਲੋਕ ਭੱਜ ਜਾਂਦੇ ਆ ਵੀ ਰਹਿ ਨਹੀਂ ਦਿੰਦੇ ਆ ਤੇ ਕਈ ਫਿਰ ਝੂਠੇ ਮੂਠੇ ਹੁੰਦਾ ਵੀ ਕੀ ਫਰਕ ਪੈਂਦਾ ਜੀ ਕਰ ਦਿੰਦੇ ਆ ਨਾ, ਉਹ ਤਾਂ ਫਿਰ ਬਾਅਦ ਚ ਪਤਾ ਲੱਗਦਾ ਨਾ ਵੀ ਫਰਕ ਪੈਂਦਾ ਕਿ ਨਹੀਂ। ਅੱਛਾ, ਪਰ ਹੁਣ ਜਿਹੜੇ ਭੱਜ ਜਾਂਦੇ ਆ ਉੱਥੇ ਬੈਂਕ ਨੂੰ ਫਿਰ ਸ਼ੱਕ ਵੀ ਪੈ ਜਾਂਦਾ ਵੀ ਕੋਈ ਮਾਮਲਾ ਗੜਬੜ ਹੈਗਾ, ਨਹੀਂ ਤੇ ਬੰਦਾ ਜੇ ਇਨਕਮ ਸਹੀ ਹੁੰਦੀ ਤੇ ਇਹਨੇ ਸਾਈਨ ਕਰ ਮਤਲਬ ਡਿਸਕਲੋਜ਼ ਕਿਉਂ ਕਹਿਣਾ ਸੀਗਾ ਵੀ ਸੋ ਇਸੇ ਕਰਕੇ ਜਾਣੀ ਇਸ ਰੀਜ਼ਨ ਕਰਕੇ BC ਦੇ ਵਿੱਚ ਉਹ ਜਿਹੜੇ ਆ ਮੌਰਗੇਜ ਬ੍ਰੋਕਰ ਆਪਾਂ ਪ੍ਰੇਮਲਤਾ ਦੀ ਵਨੀਤਾ ਦੀ ਗੱਲ ਕੀਤੀ ਸੀ ਉਹ ਫੜ ਹੋਏ ਆ, ਹਨਾ। ਉਹਨਾਂ ਦਾ ਲਾਇਸੈਂਸ ਉਮਰ ਭਰ ਲਈ ਚਲਾ ਗਿਆ। ਸੋ ਇਸ ਕਰਕੇ ਜੀ ਲਾਇਸੈਂਸ ਰੀੜ ਦੀ ਹੱਡੀ ਆ। ਜਿਹੜੇ ਪ੍ਰੋਫੈਸ਼ਨਲ ਜਾਣੀ ਕਿ ਇਹ ਲਾਇਸੈਂਸ ਦੇ ਕਹਿ ਲਓ ਕਿ ਬਲਬੂਤੇ ਤੇ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਿਸੇ ਤਰੀਕੇ ਦੇ ਨਾਲ ਕਰਦੇ ਆ, ਮਤਲਬ ਕਿ ਉਹਨਾਂ ਕੋਲ ਲਾਇਸੈਂਸ ਤੇ ਹੈਗਾ ਵੀ ਤੁਸੀਂ ਪ੍ਰੋਫੈਸ਼ਨ ਦੀ ਇੰਟੈਗ੍ਰਿਟੀ ਨੂੰ ਬਚਾ ਕੇ ਰੱਖਣਾ ਤੇ ਪਬਲਿਕ ਨੂੰ ਸਰਵ ਕਰਨਾ। ਪਰ ਜੇ ਹੁਣ ਉਹ ਲਾਇਸੈਂਸ ਦੇ ਉਸ ਵਰਤੋਂ ਕਰਦੇ ਆ ਤੇ ਲੋਕਾਂ ਦੀ ਕਰਨੀ ਆ ਲੁੱਟ ਤੇ ਸਿਸਟਮ ਨੂੰ ਦੇਣੇ ਆ ਧੋਖੇ, ਇਹ ਪਰਪਸ ਲਾਇਸੈਂਸਿੰਗ ਰਜੀਮ ਦਾ ਇਸ ਮੁਲਕ ਦੇ ਵਿੱਚ ਹੈ ਨਹੀਂ, ਵੈਸੇ ਕਿਸੇ ਮੁਲਕ ਵਿੱਚ ਵੀ ਨਹੀਂ ਗਾ। ਸੋ ਲੇਕਿਨ ਕਿ ਵੀ ਇੱਦਾਂ ਹੋ ਰਿਹਾ ਤੇ ਉਹ ਕਾਫੀ ਕੁਝ ਹੁਣ ਸਾਹਮਣੇ ਜਿਹੜਾ ਜੀ ਅੰਦਰ ਖਾਤੇ ਆਉਂਦਾ ਜਾਂਦਾ। ਬਹੁਤ ਸਾਰੇ ਮਾਮਲੇ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਜਾ ਰਹੇ ਆ ਮੌਰਗੇਜਸ ਦੇ ਵੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਗਵਰਨਮੈਂਟ ਇਹ ਡਿਮਾਂਡ ਤਾਂ ਹੋ ਰਹੀ ਆ ਵੀ CRA ਦਾ ਰੈਕਡ ਹਰ ਵਿਅਕਤੀ ਦੀ ਇਨਕਮ ਚੈੱਕ ਕਰਕੇ ਤੇ ਫਿਰ ਉਹਦੀ ਜਿਹੜੀ ਮੌਰਗੇਜ ਆ ਉਹ ਪਾਸ ਹੋਣੀ ਚਾਹੀਦੀ ਆ। ਤੇ ਦੇਖਿਓ ਉਸ ਘਰਾਂ ਦੀਆਂ ਕੀਮਤਾਂ ਉਸੇ ਵੇਲੇ ਕਿੱਦਾਂ ਡਾਊਨਫਾਲ ਸ਼ੁਰੂ ਹੋ ਜਾਣਾ
ਜਦੋਂ ਕਿ ਮੌੜਗੇਜ ਜਿਹੜੀ ਉਹਦੇ ਵਿੱਚ ਲਕੂਨੇ ਆਏ ਬੰਦ ਹੋ ਜਾਣਗੇ। ਜੀ ਦੂਸਰੇ ਪਾਸੇ ਜਿਹੜੀਆਂ ਮਲਟੀਪਲ ਪ੍ਰਾਪਰਟੀਜ਼ ਆ ਜਿਹੜੀਆਂ ਵੀ ਇਸ ਤਰੀਕੇ ਦੇ ਨਾਲ ਖਰੀਦ ਵੇਚ ਆ ਵੀ ਅਸੀਂ ਬੁੱਕ ਕਰਵਾ ਸਕਦੇ ਹਾਂ ਤੇ ਵੱਧ ਵਿੱਚ ਮਹਿੰਗੀ ਹੋਣ ਤੇ ਵੇਚ ਸਕਦੇ ਹਾਂ। ਜੀ ਤੇ ਫਿਰ ਦੂਸਰੇ ਪਾਸੇ ਜਿਹੜਾ ਜੀ ਵੀ ਕੈਪੀਟਲ ਗੇਨ ਤੇ ਟੈਕਸ ਆ ਉਹ ਤਾਂ ਪੈਣਾ ਹੀ ਪੈਣਾ। ਕਿੰਨੇ ਕੁ ਲੋਕ ਆਪਾਂ ਦਿੰਦੇ ਹਾਂ। ਸੋ ਕਈ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਜਿਹੜੀਆਂ ਕਿ ਗਵਰਨਮੈਂਟ ਦੇ ਇਹ ਨਰਮ ਕਾਨੂੰਨਾਂ ਕਰਕੇ ਇਹ ਮਾਰਕੀਟ ਇੰਨੀ ਸਕਾਈ ਰੌਕਟਿੰਗ ਹੋਈ ਆ। ਸੋ ਪ੍ਰਾਪਰਟੀ ਟੈਕਸ ਤੋਂ ਪਹਿਲਾਂ ਹੋਰ ਕਾਫੀ ਕੁਝ ਕਰਨ ਦੀ ਲੋੜ ਹੈ। ਮਾਰਕੀਟ ਅਦਰਵਾਈਜ਼ ਕਾਬੂ ਕੀਤੀ ਜਾ ਸਕਦੀ ਹੈ। ਜੌਲ ਸਾਹਿਬ ਆਓ ਫਿਰ ਕੱਲ ਅਸੀਂ ਪਰਸੋਂ ਨਹੀਂ ਕੱਲ ਹੀ ਗੱਲ ਕੀਤੀ ਸੀ ਇਹਦੇ ਬਾਰੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਏਰਨ ਓਟੂਲ ਤਾਂ ਹੁਣ ਲੀਡਰ ਨਹੀਂ ਰਹੇ, ਹੁਣ ਤਾਂ ਉਹਨਾਂ ਨੂੰ ਅਲਵਿਦਾ ਕਹਿ ਗਿਆ। ਪਾਰਟੀ ਵੱਲੋਂ ਕਾਫੀ ਵੱਡੀ ਤਾਦਾਦ ਦੇ ਵਿੱਚ ਨਿਰਾਸ਼ਾ ਉਹਨਾਂ ਨੂੰ ਸਹਿਣੀ ਪਈ ਕੱਲ। ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇਮਡ ਕੈਂਡਿਸ ਬਰਜਨ ਐਜ਼ ਇਟਸ ਇੰਟਰਮ ਲੀਡਰ ਕੱਲ ਜੋ ਵੋਟ ਹੋਈਆਂ ਸੀ। ਹਾਂਜੀ ਅੱਜ ਇਹ ਨਾ ਦੇਖੋ ਵੀ ਹੁਣ ਕੰਜ਼ਰਵੇਟਿਵ ਪਾਰਟੀ ਦੇ 20 ਸਤੰਬਰ 2021 ਨੂੰ ਜਿਹੜੀ ਇਲੈਕਸ਼ਨ ਹੋਈ ਸੀ ਤੇ 119 MP ਅੱਜ ਹੈਗੇ ਆ ਤੇ ਉਹਨਾਂ ਦੇ ਵਿੱਚ ਹੁਣ 73 ਨੇ। ਆਪਾਂ ਗੱਲ ਕਰ ਰਹੇ ਸੀ ਕਿ ਜੇ 60 ਵੀ ਵੋਟਾਂ ਪੈ ਗਈਆਂ ਤੇ ਓਟੂਲ ਉਹਨਾਂ ਨੂੰ ਰਿਜ਼ਾਈਨ ਕਰਨਾ ਪਏਗਾ, ਪਰ ਇੱਥੇ 73 ਪੈ ਗਈਆਂ ਤੇ ਉਸ ਲਿਹਾਜ਼ ਨਾਲ ਫਿਰ ਇਹ ਆ ਜੀ ਵੀ ਇਮੀਡੀਏਟਲੀ ਉਹਨਾਂ ਨੇ ਰਿਜ਼ਾਈਨ ਵੀ ਕੱਲ ਕੀਤਾ। ਰਿਜ਼ਾਈਨ ਕਰਨ ਤੋਂ ਬਾਅਦ ਫਿਰ ਕੱਲ ਸ਼ਾਮੀ ਕਹਿ ਲਓ ਵੀ ਦੇਰ ਸ਼ਾਮੀ ਜਿਹੜਾ ਜੀ ਫਿਰ ਇਹ ਕੈਂਡਿਸ ਬਰਗਨ ਉਹਨਾਂ ਨੂੰ ਇਲੈਕਟ ਕਰ ਲਿਆ ਗਿਆ ਸੀਗਾ ਤੇ ਕਾਫੀ ਜਾਣੀ ਆਲਰੇਡੀ ਇਹ ਪਾਰਟੀ ਨੂੰ ਅਗਵਾਈ ਪਹਿਲਾਂ ਵੀ ਵਾਈਸ ਇੰਟਰਮ ਲੀਡਰ ਤੇ ਦੇ ਚੁੱਕੇ ਆ ਤੇ ਮੈਨੀਟੋਬਾ ਤੋਂ MP ਹੈਗੇ ਆ। ਇਹ ਹੁਣ ਉਦੋਂ ਤੱਕ ਪਾਰਟੀ ਦੇ ਕਹਿ ਲਓ ਵੀ ਅੰਤਰਿਮ ਲੀਡਰ ਰਹਿਣਗੇ ਜਿੰਨਾ ਚਿਰ ਕਿ ਵੀ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ ਜਿਹੜਾ ਜੀ ਨਵਾਂ ਲੀਡਰ ਨਹੀਂ ਚੁਣ ਲਿਆ ਜਾਂਦਾ। ਸੋ ਇਹ ਜਿਹੜਾ ਏਰਨ ਓਟੂਲ ਉਹਨਾਂ ਦਾ ਸਮਾਂ ਸੀਗਾ, ਇਹ ਸਮਝਿਆ ਜਾਂਦਾ ਜੀ ਕਿ ਪਾਰਟੀ ਦੇ ਵਿੱਚ ਫੁੱਟ ਤੇ ਧੜੇਬੰਦੀ ਜਿਹੜੀ ਆ ਹੁਣ ਵੱਧਦੀ ਜਾ ਰਹੀ ਸੀਗੀ ਲਗਾਤਾਰਤਾ ਦੇ ਨਾਲ ਇਹਨਾਂ ਦੀ ਲੀਡਰਸ਼ਿਪ ਤੇ ਕਿੰਤੂ ਪਰੰਤੂ ਸੀਗੇ ਕਿਉਂਕਿ ਵੀ ਜਿਹੜੀਆਂ ਇਹਨਾਂ ਦੀਆਂ ਕਾਫੀ ਫਲੈਕਸੀਬਲ ਇਹ ਪਾਲਿਸੀਜ਼ ਆਪਣੀਆਂ ਲਚਕੀਲੀਆਂ ਨੀਤੀਆਂ ਦੀ ਗੱਲ ਕਰਦੇ ਸੀ ਵੀ ਇਹ ਰਿਵਾਇਤੀ ਤੌਰ ਤੇ ਕੰਜ਼ਰਵੇਟਿਵ ਕਦਰਾਂ ਕੀਮਤਾਂ ਦੇ ਉਲਟ ਸਮਝੀਆਂ ਜਾਂਦੀਆਂ ਵੀ ਤੁਸੀਂ ਆਲਮੋਸਟ ਲਾਈਕ ਵੀ NDP ਦੇ ਲਿਬਰਲ ਦੇ ਨੇੜੇ ਜਿਹੋ ਜਿਹੀਆਂ ਉਹ ਪਾਲਿਸੀਜ਼ ਵੀ ਅਸੀਂ ਹੁਣ ਇੱਥੇ ਨਾ ਵੀ ਪੇਂਡੂ ਖੇਤਰਾਂ ਦੇ ਵਿੱਚ ਤੇ ਸਦਾ ਹੀ ਰੂਰਲ ਏਰੀਆਜ਼ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਆਧਾਰ ਹੈਗਾ ਹੀ ਆ ਕੈਨੇਡਾ ਭਰ ਦੇ ਵਿੱਚ ਹੀ ਆਪਾਂ ਦੇਖਦੇ ਹੈਗਾ। ਪਰ ਅਰਬਨ ਏਰੀਆ ਸ਼ਹਿਰੀ ਖੇਤਰਾਂ ਦੇ ਵਿੱਚ ਜਾਣੀ ਚੈਲੰਜਸ ਇਹਨਾਂ ਨੂੰ ਹੁੰਦੇ ਆ, ਉੱਥੇ NDP ਜਾਂ ਲਿਬਰਲ ਪਾਰਟੀ ਖਾਸ ਤੌਰ ਤੇ ਜਿਹੜਾ GP ਹੁੰਦਾ ਫਿਰ ਜਾਂਦੇ ਨੇ ਜਿਹਦੇ ਕਰਕੇ ਗਵਰਨਮੈਂਟ ਇਹਨਾਂ ਦੀ ਨਹੀਂ ਬਣ ਪਾਉਂਦੀ। ਸੋ ਏਰਨ ਓਟੂਲ ਜਿਹੜੇ ਫੋਕਸ ਕਰ ਰਹੇ ਸੀ ਵੀ ਅਸੀਂ ਇਹ ਜਿਹੜੇ ਮਤਲਬ ਰੂਰਲ ਏਰੀਆਜ਼ ਦੇ ਨਾਲ ਅਸੀਂ ਅਰਬਨ ਏਰੀਆਜ਼ ਨੂੰ ਵੀ ਜਿਹੜਾ ਆਪਣੇ ਭਰੋਸੇ ਵਿੱਚ ਲਈਏ। ਪਰ ਉਸ ਲਿਹਾਜ਼ ਨਾਲ ਫਿਰ ਜਿੰਨਾ ਚਿਰ ਲਚਕੀਲੀਆਂ ਪਾਲਿਸੀਜ਼ ਨਹੀਂ ਸੀ ਲੈ ਕੇ ਆਉਂਦੇ ਉਸ ਲਿਹਾਜ਼ ਉਹ ਫਿਰ ਮਤਲਬ ਕੋਈ ਆਧਾਰ ਨਹੀਂ ਸੀ ਬਣਦਾ। ਪਰ ਇਹ ਫਿਰ ਐਕਸੈਪਟ ਨਹੀਂ ਹੋਇਆ ਕੋਰ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਕਹਿ ਲਓ ਪਿਛੇਵੇਂ ਹੈਗੇ ਆ ਜਿਸ ਕਰਕੇ ਵੀ ਇਹ ਉਹਨਾਂ ਨੂੰ ਹੁਣ ਅਲੱਗ ਥਲੱਗ ਹੋਣਾ ਪਿਆ। ਖੈਰ ਐਨੀਵੇਜ਼ ਉਹ ਕਹਿੰਦੇ ਜੀ ਵੀ ਦਰਹਮ ਤੋਂ ਆਪਣੇ ਏਰੀਆ ਤੋਂ ਉਹ MP ਬਣੇ ਰਹਿਣਗੇ ਤੇ ਲੇਕਿਨ ਕਿ ਪਾਰਟੀ ਦੀ ਲੀਡਰਸ਼ਿਪ ਉਹਨਾਂ ਨੇ ਫਿਰ ਕੱਲ ਅਸਤੀਫਾ ਦੇ ਦਿੱਤਾ ਤੇ ਹੁਣ ਅਗਲੇ ਕਹਿ ਲਓ ਕਿ ਲੀਡਰ ਦੇ ਆਉਣ ਤੱਕ ਕੈਂਡਿਸ ਬਰਗਨ ਪਾਰਟੀ ਨੂੰ ਅਗਵਾਈ ਜਿਹੜੀ ਉਹ ਦੇਣਗੇ। ਉੱਥੇ ਮਿਸਿਸਾਗਾ ਦੀ ਸਿਟੀ ਕਾਉਂਸਲਰ ਨੇ ਵੀ ਰਿਜ਼ਾਈਨ ਕੀਤਾ ਜੀ ਓਵਰ ਪਰਸਨਲ ਸੇਫਟੀ ਇਸ਼ੂ। ਇਹਦਾ ਕੀ ਖਬਰ ਹੈ ਜੀ? ਇਹ ਬੜਾ ਅਜੀਬੋ-ਗਰੀਬ ਮਾਮਲਾ ਵਾਪਰਿਆ। ਵੈਸੇ ਅੱਜ ਸਵੇਰੇ ਹੁਣ ਮਿਸਿਸਾਗਾ ਦੀ ਮੇਅਰ ਬੌਨੀ ਕਰੋਂਬੀ ਉਹਨਾਂ ਨੂੰ ਵੀ ਕਹਿ ਲਓ ਭਈ ਮੁਆਫੀ ਮੰਗਣੀ ਪਈ ਆ, ਅਪੋਲੋਜਾਈਜ਼ ਕਰਨਾ ਪਿਆ ਵੀ ਹੁਣ ਇਹ ਆ ਨਾ ਵੀ ਕਿਤੇ ਇੱਕ ਵਾਰ ਘਟਨਾ ਵਾਪਰ ਜਾਏ ਤੇ ਪੁਲਿਸ ਦੁਆਲੇ ਹੋ ਜਾਂਦੀ ਆ ਤੇ ਇਹ ਤੇ 8 ਵਾਰੀ ਵਾਪਰੀ ਆ ਥੋੜੇ ਜਿਹੇ ਸਮੇਂ ਦੇ ਵਿੱਚ। ਹੁਣ ਉਹ ਵੀ 2 ਸਿਟੀ ਕਾਉਂਸਲਰ ਆ ਜਾਣੀ ਲੋਕਾਂ ਵੱਲੋਂ ਇਲੈਕਟਡ ਆ। ਇਹ ਕਾਰਨ ਰਾਜ ਜਿਹੜੀ ਸੀਗੀ ਵਾਰਡ 2 ਦੀ ਕਾਉਂਸਲਰ, ਇਹਨਾਂ ਨੂੰ ਤਾਂ ਮਤਲਬ ਇਹ ਮਤਲਬ ਰਿਜ਼ਾਈਨ ਹੀ ਕਰਨਾ ਪੈ ਗਿਆ ਕਿਉਂਕਿ ਵੀ ਗੱਲ ਕੀ ਸੀਗੀ ਜਿਹੜਾ ਸਿਟੀ ਹਾਲ ਦੇ ਵਿੱਚ ਥੱਲੇ ਪਾਰਕਿੰਗ ਡੈਜ਼ਿਗਨੇਟਡ ਬਣੀ ਹੋਈ ਆ ਸਿਟੀ ਕਾਉਂਸਲਰਸ ਵਾਸਤੇ, ਉੱਥੇ ਗੱਡੀ ਆਪਣੀ ਪਾਰਕ ਕਰਦੀ ਸੀ। ਇਹ ਫਿਰ ਜਦੋਂ ਆਉਂਦੀ ਸੀ ਦੇਖਦੀ ਸੀ ਇਹਨਾਂ ਦੀ ਗੱਡੀ ਨੂੰ ਝਰੀਟਾਂ ਮਾਰੀਆਂ ਹੁੰਦੀਆਂ ਸੀਗੀਆਂ ਅਰਚ ਜਿੱਦਾਂ ਉਹ ਚਾਬੀ ਦੇ ਨਾਲ ਕੁਛ ਰਾਤੀ ਹੁੰਦੇ ਹਨਾ ਜਾਓ ਸਟੋਰਾਂ ਦੇ ਵਿੱਚ ਤੇ ਆਉਂਦਿਆਂ ਨੂੰ ਗੱਡੀ ਤੇ ਝਰੀਟਾਂ ਵੱਜੀਆਂ ਹੋਣ ਏਦਾਂ ਜਾਣੀ। ਉਹ ਕਰਦਾ ਕੌਣ ਸੀ ਪਹਿਲਾਂ ਤਾਂ ਪਤਾ ਹੀ ਨਾ ਲੱਗੇ। ਮੁੜ ਕੇ ਉਹਨਾਂ ਨੇ ਕੈਮਰੇ ਲਾਤੇ ਦੇਖਦੇ ਆ ਉਹ ਦੇਖਿਆ ਵੀ ਉਹ ਏਦਾਂ ਕਰਨ ਵਾਲਾ ਵੀ ਜਾਣੀ ਕਾਫੀ ਵੱਡੀ ਉਮਰ ਦਾ ਇਹ ਵੀ ਨਹੀਂ ਕਿ ਐਵੇਂ ਵੀ ਜਾਣੀ ਉਹ ਸਿਟੀ ਕਾਉਂਸਲਰ ਹੀ ਸੀਗਾ। ਵਾਰਡ 6 ਦਾ ਸਿਟੀ ਕਾਉਂਸਲਰ ਰਾਇਨ ਸਟਾਰ ਹਨਾ। ਅੱਛਾ ਫਿਰ ਉਹਨੇ ਭਾਈ ਸਾਹਿਬ ਨੇ ਅਪੋਲੋਜੀ ਵੀ ਕੀਤੀ, ਮੰਨਿਆ ਵੀ ਹਾਂਜੀ ਮੈਂ ਸੀਗਾ ਏਦਾਂ ਕਰਦਾ। ਕਿਉਂ ਕਰਦਾ ਸੀ ਉਹ ਨਹੀਂ ਹਜੇ ਪਤਾ ਲੱਗਾ। ਪਰ ਇਹ ਜਿਹੜਾ ਜੀ ਕਿ ਵੈਂਡਲਿਜ਼ਮ ਦਾ ਆਪਣੇ ਆਪ ਦੇ ਵਿੱਚ ਕੇਸ ਚੱਲਦਾ ਰਿਹਾ ਸਿਟੀ ਹਾਲ ਦੇ ਵਿੱਚ ਹੀ ਲੰਬਾ ਸਮਾਂ ਜਾਣੀ ਹੁਣ ਇਹ ਵਾਰਡ 6 ਦਾ ਕਾਉਂਸਲਰ ਵੀ ਦੇਖੋ 2010 ਤੋਂ ਤੁਰਿਆ ਆਉਂਦਾ ਹੈ। ਇਹ ਕਾਰਨ ਰਾਜ ਤਾਂ 8 ਸਾਲ ਤੋਂ ਪਿੱਛੇ 2 ਟਰਮਾਂ ਤੋਂ ਸੀਗੀ ਸਿਟੀ ਕਾਉਂਸਲਰ, ਪਰ ਉਹਨੇ ਛੱਡ ਹੀ ਦਿੱਤਾ ਵੀ ਮੇਰੀ ਜਿਹੜੀ ਪਰਸਨਲ ਸੇਫਟੀ ਆ ਨਾ ਵੀ ਉਹਨੂੰ ਇੰਨਾ ਖਤਰਾ ਸੀ ਕਿ ਮੈਂ ਇਹ ਫਿਰ ਕਿਉਂਕਿ ਨਾ ਤਾਂ ਪੁਲਿਸ ਨੇ ਕੁਛ ਕੀਤਾ ਬੜਾ ਨਾ ਸਿਟੀ ਕਾਉਂਸਲ ਨੇ ਕੁਛ ਕੀਤਾ। ਮੇਅਰ ਵੀ ਬੌਨੀ ਕਰੋਂਬੀ ਉਹਦੇ ਲਿਹਾਜ਼ ਨਾਲ ਮਤਲਬ ਚੁੱਪ ਹੀ ਰਹੇ, ਅੱਜ ਭਾਵੇਂ ਬੋਲੇ ਨੇ
ਤੇ ਇਸ ਕਰਕੇ ਵੀ ਉਹਨੇ ਰਿਜ਼ਾਈਨ ਕੀਤਾ ਤੇ ਇਹਨੇ ਜਾਣੀ ਕਿ ਜਿਹੜਾ ਇਹ ਗੱਡੀ ਨੂੰ ਝਰੀਟਾਂ ਮਾਰਨ ਦੇ $1250 ਦੇਣੇ ਵੀ ਮੰਨ ਲਏ ਸੀਗਾ, ਜਿਹੜਾ ਇਹ ਦੋਸ਼ੀ ਸਿਟੀ ਕੌਂਸਲਰ ਸੀਗਾ ਨਾ। ਕੁੱਲ ਮਿਲਾ ਕੇ ਮਿਸਿਸਾਗਾ ਦਾ ਇਹ ਅਜੀਬੋ ਗਰੀਬ ਜਿਹੜਾ ਜੀ ਪਾਰਕਿੰਗ ਗੈਰੇਜ ਦੇ ਵਿੱਚ ਇਹ ਸਿਟੀ ਹਾਲ ਦੇ ਵਿੱਚ ਹੀ ਇਹ ਘਟਨਾ ਵਾਪਰਦੀ ਰਹੀ ਆ ਜੀ। ਅਪ੍ਰੈਲ 2021 ਦੇ ਦੌਰਾਨ ਵੀ ਜਿਹੜਾ ਜੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਖਾਸ ਤੌਰ ਤੇ ਜਿਹੜੀ ਉਹ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਨਾ ਪਿਛਲੇ ਸਾਲ। ਜੀ ਜੀ ਸੋ ਇਹ ਕਾਫੀ ਢਕਿਆ ਜਿਹੜਾ ਜੀ ਪਹਿਲਾਂ ਰਿੱਝੀ ਗਿਆ, ਹੁਣ ਲੇਕਿਨ ਕਿ ਇਹ ਸਾਹਮਣੇ ਆਇਆ। ਫਿਰ ਇਹੀ ਗੱਲ ਆਪਾਂ ਕਰਦੇ ਆ ਨਾ, ਜਦੋਂ ਘਟਨਾਵਾਂ ਨੂੰ ਢੱਕ ਕੇ ਇੰਨੀ ਤੁਰੇ ਜਾਂਦੇ ਆ ਵੀ ਕਿਤੇ ਬਦਨਾਮੀ ਨਾ ਹੋ ਜਾਏ, ਉਹਦੇ ਨਾਲ ਫਿਰ ਜਾਣੀ ਇੱਕ ਦਿਨ ਜਦੋਂ ਕੁੱਕਰ ਫਟਦਾ ਤੇ ਸਾਰਾ ਕੁਝ ਆਲੇ ਦੁਆਲੇ ਦਾ ਜਲ ਜਾਂਦਾ। ਸੋ ਇਹ ਸਿਚੁਏਸ਼ਨ ਹੈ ਜੀ ਵੀ ਹੁਣ ਮੇਅਰ ਤੱਕ ਨੂੰ ਇਹਦੇ ਬਾਰੇ ਮਾਫੀ ਮੰਗਣੀ ਪੈ ਰਹੀ। ਜੋਲ ਸਾਹਿਬ ਕੁਇਕਲੀ ਵਾਈਂਡ ਅਪ ਕਰਦੇ ਖਬਰਾਂ ਨੂੰ। 7 ਕੰਟਰੀਜ਼ ਗ੍ਰੀਸ, ਪੋਰਚੁਗਲ ਐਂਡ ਹੋਰ ਵਧੇਰੇ ਜਿਹੜੇ ਕੰਟਰੀਜ਼ ਨੇ ਵੈਲਕਮ ਕਰ ਰਹੇ ਨੇ ਜੀ ਅਨਵੈਕਸੀਨੇਟਿਡ ਟਰੈਵਲਰਸ ਨੂੰ। ਯਾ ਉਹਦੇ ਵਿੱਚ ਸਾਡਾ ਜਿਹੜਾ ਕੈਨੇਡੀਅਨ ਦਾ ਕਹ ਲਓ ਪਿਆਰਾ ਡੈਸਟੀਨੇਸ਼ਨ ਮੈਕਸੀਕੋ, ਉਹ ਵੀ ਵਿੱਚ ਹੀ ਆ। ਮੈਕਸੀਕੋ ਵੀ ਕਹਿ ਰਹੇ ਆ ਵੀ ਹਾਂਜੀ ਨੈਗੇਟਿਵ ਟੈਸਟ ਦੀ ਵੀ ਲੋੜ ਨਹੀਂ। ਮੈਕਸੀਕੋ ਨੇ ਤਾਂ ਚਲੋ ਵੈਕਸੀਨੇਸ਼ਨ ਤਾਂ ਸਬੂਤ ਕੀ ਮੰਗਣਾ, ਉਹ ਤੇ ਕਹਿ ਰਹੇ ਆ ਜੀ ਵੀ ਤੁਹਾਨੂੰ ਨੈਗੇਟਿਵ ਟੈਸਟ ਦੀ ਵੀ ਲੋੜ ਨਹੀਂ, ਜਸਟ ਜਹਾਜ਼ 'ਚ ਬਹਿ ਕੇ ਆ ਜਾਓ, ਬਾਕੀ ਦੇਖੀ ਜਾਊਗੀ। US ਦਾ ਤਾਂ ਇੱਦਾਂ ਨਾ ਵੀ ਉਹ ਵੈਕਸੀਨੇਸ਼ਨ ਵੀ ਮੰਗਦੇ ਆ, ਨੈਗੇਟਿਵ ਟੈਸਟ ਵੀ ਮੰਗਦੇ ਆ, ਤੇ ਇੱਥੇ ਬਾਰਡਰ ਚਲੋ ਭਾਵੇਂ ਕਿ ਉਹ ਨੈਗੇਟਿਵ ਟੈਸਟ ਨਹੀਂ ਮੰਗਦੇ। ਪਰ ਦੂਸਰੇ ਪਾਸੇ ਇਹ ਆ ਜੀ ਵੀ ਇਹ ਕੋਸਟਾ ਰੀਕਾ ਮੈਕਸੀਕੋ ਦੇ ਨਾਲ ਹੀ ਮੁਲਕ ਲੱਗਦਾ ਉਹ ਵੀ। ਪਰ ਹੈਰਾਨੀ ਆ ਕਿ ਯੂਰਪ ਦੇ ਵਿੱਚ ਪੋਰਟੁਗਲ ਤੇ ਗ੍ਰੀਸ ਉਹ ਵੀ ਇਹੋ ਜਿਹੇ ਦੇਸ਼ ਹੈ ਜੀ 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 ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਜਾਨੀ ਵਿਜ਼ਿਟਰਸ ਨੂੰ ਫੋਰਨ ਕੰਟਰੀਜ਼ ਤੋਂ ਵੈਲਕਮ ਕਰ ਰਹੇ ਆ ਵੀ ਜੋ ਨਹੀਂ ਵੀ ਵੈਕਸੀਨੇਟ ਹੋਏ ਹੈ ਨਾ। ਸੋ ਏਦਾਂ ਕਰਕੇ ਜਾਨੀ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ 7 ਅਜਿਹੇ ਦੇਸ਼ ਹੈਗੇ ਆ। ਉਧਰ ਭਾਰਤ ਦੇ ਨੇੜੇ ਪੈਂਦਾ ਮਾਲਦੀਵ ਵੀ ਇਹੋ ਜਿਹਾ ਹੀ ਹੈ ਦੇਸ਼, ਕਹਿ ਲਓ ਟਾਪੂ ਦੇਸ਼ ਹੈ, ਤੇ ਉੱਥੇ ਵੀ ਬਿਨਾਂ ਜਾਣੀ ਜਿਹੜੇ ਅਨਵੈਕਸੀਨੇਟਡ। ਸੋ ਕਹਿਣ ਦਾ ਮਤਲਬ ਇਹ ਆ ਵੀ ਅਨਵੈਕਸੀਨੇਟਡ ਲੋਕਾਂ ਨੂੰ ਜੇ ਕਿਤੇ ਨਹੀਂ ਝੱਲਿਆ ਜਾਂਦਾ ਤੇ ਲੇਕਿਨ ਕਿ ਫਿਰ ਵੀ ਹੈਗੇ ਨੇ ਕੁਛ ਇੱਕ ਮੁਲਕ, ਜੇ ਵੀ ਸੈਰ ਕਰਨ ਜਾਣਾ ਹੋਵੇ ਫਰਜ਼ ਕਰੋ ਉਹਨਾਂ ਨੂੰ ਫਿਊਚਰ ਦੇ ਵਿੱਚ ਕਿਤੇ ਜੀ, ਕੁਛ ਇੱਕ ਮੁਲਕ ਹੈਗੇ ਜਿਹੜੇ ਉਹਨਾਂ ਨੂੰ ਵੈਲਕਮ ਕਰ ਸਕਦੇ ਨੇ। ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਦਰਸ਼ਕੋ ਤੇ ਸਰੋਤਿਓ ਅਗਰ ਜੋਲ ਸਾਹਿਬ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784 ਤੇ ਜੋਲ ਸਾਹਿਬ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਹਾਈ ਹੈਲੋ ਭੇਜ ਕੇ ਇਹਨਾਂ ਦੇ ਨਿਊਜ਼ ਵਿਊਜ਼ ਗੱਲਾਂ ਬਾਤਾਂ ਵੀਡੀਓਜ਼ ਵੀ ਤੁਸੀਂ ਤਾਂ ਆਨੰਦ ਮਾਣ ਸਕਦੇ ਹੋ। ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸ, ਮਿਹਰਬਾਨੀ। ਥੈਂਕ ਯੂ ਸੋ ਮਚ ਜੋਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।